ਹੁਣ ਡਾਇਰੈਕਟ ਰੂਟ ਤੁਹਾਨੂੰ ਮਿਲ ਗਿਆ, ਉਹਦੀ ਵਜ੍ਹਾ ਨਾਲ ਤੁਹਾਡੀ ਕਾਸਟ ਟਰਾਂਸਪੋਰਟੇਸ਼ਨ ਦੀ ਵੀ ਘੱਟ ਹੋ ਗਈ ਹੈ ਔਰ ਤੁਹਾਨੂੰ ਫਰਦਰ ਉਹਦੇ ਉੱਤੇ ਕੋਈ ਹੋਰ ਪੈਸੇ ਨਹੀਂ ਦੇਣੇ ਪੜ ਰਹੇ ਤੇ ਇਸ ਤਰ੍ਹਾਂ ਤੁਸੀਂ ਕੰਪੀਟ ਕਰ ਸਕੋਗੇ। ਲੈਟਸ ਸੇ ਕਿ ਚਾਈਨਾ ਅਗਰ ਲੈ ਕੇ ਆਂਦਾ ਆਪਣਾ ਮਾਲ ਤੇ ਉਸ ਨੂੰ ਕਿੰਨਾ ਲੰਬਾ ਫਾਸਲਾ ਯਾਨੀ ਟਰਾਂਸਪੋਰਟੇਸ਼ਨ ਕਾਸਟ ਉਹਨੂੰ ਕਿੰਨੀ ਜ਼ਿਆਦਾ ਪੈ ਜਾਂਦੀ ਹੈ। ਫਿਰ ਮੁxtਲਿਫ ਮੁਲਕਾਂ ਨਾਲ ਉਸ ਦਾ ਅਗਰ ਮੁਆਇਦਾ ਨਹੀਂ ਹੈ ਤੇ ਉੱਥੇ ਵੀ ਉਸ ਨੂੰ ਕਾਸਟ ਪੈ ਗਈ ਤੇ ਤੁਸੀਂ ਕੰਪੀਟ ਬੜੇ ਆਰਾਮ ਨਾਲ ਕਰ ਸਕਦੇ ਹੋ। ਅਸੀਂ ਇੱਕ ਸਟੱਡੀ ਕਰ ਰਹੇ ਹਾਂ ਹੁਣ ਈਸੀਓ ਕੰਟਰੀਜ਼ ਜਿਹੜੀਆਂ ਉਹਨਾਂ ਦੇ ਅੰਦਰ ਟ੍ਰੇਡ ਦਾ ਕੀ ਪੋਟੈਂਸ਼ੀਅਲ ਹੈ ਔਰ ਪਾਕਿਸਤਾਨ ਜਿਹੜਾ ਕਿਸ ਤਰ੍ਹਾਂ ਉਹਦੇ ਵਿੱਚ ਬੈਨੀਫਿਟ ਲੈ ਸਕਦਾ ਹੈ। ਔਰ ਉਹਦੇ ਵਿੱਚ ਅਸੀਂ ਦੇਖਿਆ ਕਿ ਜਿਹੜੀ ਡਿਮਾਂਡ ਹੈ ਇਨ ਸੈਂਟਰਲ ਏਸ਼ੀਅਨ ਸਟੇਟ ਉਹਦੇ ਵਿੱਚ ਲੈਦਰ ਵੀ ਹੈ, ਟੈਕਸਟਾਈਲ ਵੀ ਹੈ, ਇੰਜੀਨੀਅਰਿੰਗ ਗੁੱਡ ਵੀ ਔਰ ਸਾਰੀਆਂ ਦੇ ਸਾਰੀਆਂ ਚੀਜ਼ਾਂ ਪਾਕਿਸਤਾਨ ਦੇ ਅੰਦਰ ਬਣ ਸਕਦੀਆਂ ਅਗਰ ਸਾਨੂੰ ਇਹ ਰਾਹਦਾਰੀ ਦੀ ਸਹੂਲਤ ਮਿਲ ਜਾਂਦੀ ਹੈ ਤੇ ਮੈਂ ਸਮਝਦਾ ਹਾਂ ਕਿ ਸਾਡਾ ਵੋਲੀਅਮ ਆਫ ਟ੍ਰੇਡ ਜਿਹੜਾ ਵਧੇਗਾ। ਖਾਲਿਦ ਸਾਹਿਬ ਵੋਲੀਅਮ ਟ੍ਰੇਡ ਵਧੇਗਾ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਔਰ ਰਾਬਤੇ ਵੀ ਵਧਣਗੇ। ਟੈਰਰਿਜ਼ਮ ਦੇ ਖਿਲਾਫ ਜਿਹੜੀ ਇੱਕ ਜੰਗ ਹੈ ਉਹਦੇ 'ਚ ਵੀ ਕਮੀ ਆਏਗੀ। ਤੁਸੀਂ ਬੈਨ ਅਲ-ਅਕਵਾਮੀ ਤਜਾਰਤ ਨੂੰ ਦੇਖਦੇ ਹੋ, ਰਾਹਦਾਰੀ ਮੁਆਹਦਿਆਂ ਦੀ ਕਿਸ ਤਰ੍ਹਾਂ ਦੇਖਦੇ ਹੋ, ਇਹਨਾਂ ਦੀ ਹਸੀਅਤ ਕੀ ਹੁੰਦੀ ਹੈ ਔਰ ਇਹਨਾਂ ਦੇ ਕੀ ਬੈਨੀਫਿਟ ਨੇ? ਪਾਕਿਸਤਾਨ ਜਿਸ ਜਗ੍ਹਾ ਤੇ ਖੜਾ ਹੈ, ਇੱਕ ਪਾਸੇ ਇੰਡੀਆ ਤੁਸੀਂ ਦੇਖ ਰਹੇ ਹੋ, ਅਫਗਾਨਿਸਤਾਨ ਹੈ ਔਰ ਜਿਸ ਤਰ੍ਹਾਂ ਕਿ ਅੱਗੇ ਦੇਖਿਆ ਕਿ ਪਾਈਪਲਾਈਨ ਦਾ ਮਨਸੂਬਾ ਵੀ ਹੈ ਤਾਜਿਕਸਤਾਨ ਤੋਂ, ਤੇ ਕੀ ਅਮੀਰ ਦਾਮ ਮਿਲਿਆ ਹੈ ਜਿਹੜਾ ਮਨਸੂਬਾ ਹੈ ਰਾਹਦਾਰੀ ਦਾ? ਦੇਖੋ ਜੀ, ਇੱਕ ਇਹਦੇ 'ਚ ਤੇ ਬੁਨਿਆਦੀ ਚੀਜ਼ ਹੈ ਕਿ ਜਿਹੜੇ ਵੀ ਲੈਂਡ ਲੌਕਡ ਕੰਟਰੀਜ਼ ਨੇ ਉਹਨਾਂ ਦਾ ਇਹ ਹੱਕ ਹੈ ਕਿ ਜਿਹੜੇ ਮੁਲਕ ਸਮੁੰਦਰ ਤੱਕ ਰਸਾਈ ਰੱਖਦੇ ਨੇ ਉਹ ਉਹਨਾਂ ਨੂੰ ਰਾਹਦਾਰੀ ਫਰਾਹਮ ਕਰਦੇ ਨੇ। ਅੱਛਾ, ਇਸੇ ਦੇ ਤਹਿਤ ਜਿਹੜਾ ਪਿਛਲਾ ਅਫਗਾਨ ਟ੍ਰਾਂਜ਼ਿਟ ਸੀ ਉਹ 1965 ਦੇ ਵਿੱਚ ਸਾਈਨ ਹੋਇਆ ਸੀ, ਜਿਹੜਾ ਕਿ ਮੁਸਤਕਿਲ ਚੱਲਦਾ ਆ ਰਿਹਾ ਸੀ। ਬੁਨਿਆਦੀ ਤੌਰ ਤੇ ਉਹਨੂੰ ਜ਼ਰੂਰਤ ਵੀ ਸੀ ਤਬਦੀਲ ਕਰਨ ਦੀ ਕਿਉਂਕਿ ਇੰਨਾ ਅਰਸਾ ਗੁਜ਼ਰ ਗਿਆ, ਇਸ ਦੌਰਾਨ ਟ੍ਰੇਡਿੰਗ ਹਾਲਾਤ ਵਿੱਚ ਬਹੁਤ ਤਬਦੀਲੀ ਆ ਗਈ। ਲੇਕਿਨ ਇੰਡਸਟਰੀ ਦਾ ਜਾਂ ਇੰਟਰਨੈਸ਼ਨਲ ਟ੍ਰੇਡ ਦਾ ਜਿਹੜਾ ਇਹਦੇ ਜ਼ਿਆਦਾ ਕੰਸਰਨ ਜਾਂ ਖਦਸ਼ਾਤ ਔਰ ਜਿਹੜੇ ਉਹਨਾਂ ਦੇ ਪਰੇਸ਼ਾਨੀਆਂ ਨੇ, ਮੇਰਾ ਖਿਆਲ ਹੈ ਕਿ ਬਿਹਤਰ ਇੱਕ ਤਰ੍ਹਾਂ ਉਸ ਨੂੰ ਥੋੜ੍ਹਾ ਜਿਹਾ ਦੇਖ ਲਿਆ ਜਾਏ ਕਿ ਉਹ ਕਿਸ ਕੰਟੈਕਸਟ ਦੇ ਵਿੱਚ ਲੋਕ ਜਿਹੜੇ ਨੇ ਉਹ ਇੱਥੇ ਕ੍ਰਿਟਿਸਾਈਜ਼ ਕਰ ਰਹੇ ਨੇ। ਉਹਦੇ ਤੁਸੀਂ ਦੇਖੋ ਜੀ ਕਿ ਇਹਦੇ ਉੱਤੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਕਿ ਰਾਹਦਾਰੀ ਨਾ ਦਿਓ। ਰਾਹਦਾਰੀ ਤਾਂ ਪਹਿਲੇ ਵੀ ਮੌਜੂਦ ਸੀ, ਅੱਜ ਵੀ ਰਾਹਦਾਰੀ ਦੇ ਖਿਲਾਫ ਤਾਂ ਕੋਈ ਵੀ ਨਹੀਂ ਹੈ। ਦਾ ਪੁਆਇੰਟ ਇਜ਼ ਕਿ ਜਿਹੜੀ ਪਿਛਲੀ ਰਾਹਦਾਰੀ ਹੈ ਉਹਨੂੰ ਇਸ ਗ੍ਰੋਸ ਤਰੀਕੇ ਨਾਲ ਮਿਸਯੂਜ਼ ਕੀਤਾ ਜਾਂਦਾ ਰਿਹਾ ਹੈ ਔਰ ਮੁਸਲਸਲ ਕੀਤਾ ਜਾਂਦਾ ਰਿਹਾ। ਉਹਦੇ ਨਤੀਜੇ ਦੇ ਵਿੱਚ ਕੀ ਹੋਇਆ ਕਿ ਸਮਗਲਿੰਗ ਬੇਤਹਾਸ਼ਾ ਹੋਈ। ਉਹ तमाम ਪ੍ਰੋਡਕਟਸ ਵੀ ਅਫਗਾਨਿਸਤਾਨ ਮੁਸਤਕਿਲ ਜਾਂਦੀਆਂ ਰਹੀਆਂ ਜਿਨ੍ਹਾਂ ਦੀ ਉੱਥੇ ਖਪਤ ਵੀ ਨਹੀਂ ਬਜ਼ਾਹਿਰ। ਮਸਲੇ ਉਹਦੇ 'ਚ ਤੁਸੀਂ ਰੇਜ਼ਰ ਬਲੇਡਸ ਲੈ ਲਓ, ਬਲੈਕ ਟੀ ਉੱਥੇ ਪੀਤੀ ਨਹੀਂ ਜਾਂਦੀ, ਉਹ ਬੇਤਹਾਸ਼ਾ ਜਾ ਰਹੀ ਹੈ। ਟਾਇਰ ਜਿੰਨੀਆਂ ਵੀ ਉੱਥੇ ਗੱਡੀਆਂ ਕੇ ਇਸਤੇਮਾਲ ਹੁੰਦੇ ਨੇ ਉਸ ਤੋਂ ਪਤਾ ਨਹੀਂ ਕਈ ਗੁਣਾ ਜਿਹੜੀ ਟਾਇਰ ਜਾ ਰਹੀ ਹੈ। ਅੱਛਾ, ਫਿਰ ਇਲੈਕਟ੍ਰੋਨਿਕ ਪ੍ਰੋਡਕਟਸ ਜਿਹੜੇ ਨੇ ਉਹ ਸਾਰੇ ਦੇ ਸਾਰੇ ਜਾ ਕੇ ਵਾਪਸ ਆਈ ਜਾ ਰਹੇ ਨੇ। ਫਾਰਮਾਸਿਊਟੀਕਲ ਦਾ ਰॉ ਮਟੀਰੀਅਲ ਜਿਹੜਾ ਉਹ ਸਾਰੇ ਦਾ ਸਾਰਾ ਜਾ ਕੇ ਵਾਪਸ ਆਈ ਚਲੀ ਜਾ ਰਿਹਾ। ਅੱਛਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਅਗਰ ਤੁਸੀਂ ਜੋੜੋ ਤਾਂ ਪਿਛਲੇ 40-50 ਸਾਲ ਦੇ ਵਿੱਚ ਇਹ ਜਿਹੜੀ ਮੈਸਿਵ ਸਮਗਲਿੰਗ ਹੈ, ਜਿਵੇਂ ਉਹਨੇ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਕਿ ਜੋ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਪਾਕਿਸਤਾਨ ਦੀ ਮਾਰਕੀਟਾਂ 'ਚ ਸਾਰੀ ਅਵੇਲੇਬਲ ਹੈ, ਥਰੂ ਉਸ ਰੂਟ ਤੋਂ ਵਾਪਸ ਆ ਕੇ ਉਹਦੇ ਨਾਲ ਕੀ ਹੋਇਆ ਕਿ ਸਾਡੀ ਜਿਹੜੀ ਡੋਮੈਸਟਿਕ ਇੰਡੀਜੀਨਸ ਇੰਡਸਟਰੀ ਹੈ ਉਹ ਬੜੀ ਬੁਰੇ ਤਰੀਕੇ ਨਾਲ ਹਰਟ ਹੋਈ ਹੈ। ਅੱਛਾ, ਇਸ ਮੁਆਹਦੇ ਦਾ ਇੱਕ ਇਹ ਵੀ ਪ੍ਰੋਬਲਮ ਹੈ ਕਿ ਮੂਮਨ ਇਸ ਕਿਸਮ ਦੇ ਮੁਆਹਦਿਆਂ ਦੇ ਵਿੱਚ ਇੱਕ ਪੋਜ਼ਿਟਿਵ ਲਿਸਟ ਹੁੰਦੀ ਹੈ ਕਿ ਜੀ ਇਹ ਪ੍ਰੋਡਕਟ ਜਿਹੜੀਆਂ ਨੇ ਉਹ ਕਵਰਡ ਹੋਣਗੀਆਂ, ਉਸ ਤੋਂ ਇਲਾਵਾ ਬਾਕੀ ਪ੍ਰੋਡਕਟਸ ਨਹੀਂ ਹੋਣਗੀਆਂ। ਬਦਕਿਸਮਤੀ ਨਾਲ ਇਹ ਹੈ ਕਿ ਇਹਦੇ 'ਚ ਉਹ ਮਾਮਲਾਤ ਦੇ ਵਿੱਚ ਇੰਨੀਆਂ ਬਿਗ ਫਿਸ਼ ਇਨਵੋਲਵ ਨੇ ਕਿ ਉਹਨਾਂ ਨੇ ਨਾ ਪੋਜ਼ਿਟਿਵ ਲਿਸਟ ਬਣ ਦਿੱਤੀ ਹੈ, ਨਾ ਹੁਣ ਉਸ ਪੋਜ਼ਿਟਿਵ ਲਿਸਟ ਦੇ ਉੱਤੇ ਜ਼ੋਰ ਹੈ। ਅੱਛਾ, ਖਦਸ਼ਾਤ ਇਹੋ ਹੀ ਨੇ ਕਿ ਇਹ ਜਿਹੜਾ ਕੋਈ ਮੁਆਹਦਾ ਕੀਤਾ ਗਿਆ ਇਸ ਵੇਲੇ ਤਾਂ ਠੀਕ ਹੈ, ਕੈਮਰੇ ਦੀ ਰੋਸ਼ਨੀਆਂ, ਤਾੜੀਆਂ, ਇਹ ਉਹ ਬੜਾ ਅੱਛਾ ਹੋ ਗਿਆ ਔਰ ਉਹਦੇ ਵਿੱਚ ਕਿਉਂਕਿ ਅਮਰੀਕਾ ਦੀ ਅਸ਼ੀਰਵਾਦ ਵੀ ਹੈ ਤੇ ਲਿਹਾਜ਼ਾ ਬੜਾ ਅੱਛਾ ਹੋ ਗਿਆ। ਇਹ ਮੁਆਹਦਾ ਸ਼ੁਰੂ ਵੀ ਤੁਸੀਂ ਦੇਖੋ ਤੇ ਮਈ 2009 ਦੇ ਵਿੱਚ ਵਾਸ਼ਿੰਗਟਨ 'ਚ ਇਹਦਾ MOU ਸਾਈਨ ਕੀਤਾ ਗਿਆ ਸੀ ਤੇ ਕੱਲ ਜਦੋਂ ਸਾਈਨ ਕੀਤਾ ਗਿਆ ਉਦੋਂ ਹਿਲਰੀ ਕਲਿੰਟਨ ਵੀ ਇਤਫਾਕ ਨਾਲ ਉਹ ਵੀ ਮੌਜੂਦ ਸੀ। ਤੇ ਉਹ ਦੇਖ ਲਓ ਕਿ ਉਹਨਾਂ ਦੀ ਅਸ਼ੀਰਵਾਦ ਜਿਹੜੀ ਹੈ ਬਹਰਲ ਇੱਕ ਅੰਦਾਜ਼ ਨਾਲ ਉਹਦੇ 'ਚ ਮੌਜੂਦ ਹੈ। ਹੁਣ ਕਹਿਣ ਦਾ ਮੇਰਾ ਮਤਲਬ ਇਹ ਹੈਗਾ ਕਿ ਜਿਹੜੇ ਉਹ ਖਦਸ਼ਾਤ ਨੇ ਅਜੇ ਤੱਕ ਹਕੂਮਤ ਨੇ ਉਹਨਾਂ ਖਦਸ਼ਾਤ ਨੂੰ ਉਸ ਅੰਦਾਜ਼ ਨਾਲ ਐਡਰੈਸ ਨਹੀਂ ਕੀਤਾ। ਮੇਰੀ ਜਿਹੜੀ ਇੰਡਸਟਰੀ ਜਾਂ ਟ੍ਰੇਡ ਵਾਲਿਆਂ ਨਾਲ ਗੱਲ ਹੁੰਦੀ ਰਹਿੰਦੀ ਹੈ, ਹੁਣ ਇਹ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਜੀ ਸਾਡੇ ਨਾਲ ਸਿਰਫ 2 ਦਫਾ ਕੰਸਲਟੇਸ਼ਨ ਕੀਤੀ ਗਈ ਹੈ ਇਸ ਪੂਰੇ ਪ੍ਰੋਸੈਸ ਦੇ ਵਿੱਚ। ਚਾਹੀਦਾ ਇਹ ਸੀ ਕਿ ਜਿੱਥੇ ਇੰਡਸਟਰੀ ਨੂੰ ਇੰਨੇ ਨੁਕਸਾਨਾਤ ਪਾਸ ਦੇ ਵਿੱਚ ਹੁੰਦੇ ਰਹੇ ਨੇ, ਤੁਸੀਂ ਇੱਕ ਐਸਾ ਮਾਈਲਸਟੋਨ ਔਰ ਇਤਨਾ ਇੱਕ ਅਹਿਮ ਮੁਆਹਦਾ ਕਰਨ ਜਾ ਰਹੇ ਹੋ, ਉਹਦੇ ਵਾਸਤੇ ਇੰਡਸਟਰੀ ਦੇ ਨਾਲ ਬੜਾ ਪੋਜ਼ਿਟਿਵ, ਬੜਾ ਡਿਟੇਲ, ਬੜਾ ਕੰਪਰੀਹੈਂਸਿਵ ਡਾਇਲੌਗ ਹੋਣਾ ਚਾਹੀਦਾ ਸੀ। ਉਹਦੀ ਬਜਾਏ ਤੁਸੀਂ ਐਵੇਂ ਅਸ਼ਕਸ਼ੋਈ ਵਾਸਤੇ 2 ਦਫਾ ਬਿਠਾ ਕੇ ਹੋਮਵਰਕ ਨਹੀਂ ਹੋਇਆ ਇਹਦੇ ਤੇ ਕੋਈ ਬਈ ਇੰਡਸਟਰੀ ਦੇ ਕੰਸਰਨ ਨੂੰ ਨਾ ਐਡਰੈਸ ਕੀਤਾ ਗਿਆ, ਨਾ ਇਸ ਮੁਆਹਦੇ ਦੇ ਵਿੱਚ ਉਹ ਚੀਜ਼ਾਂ ਦੀ ਵਜ਼ਾਹਤ ਕੀਤੀ ਗਈ। तो मेरा मतलब यह है कि मुआहदा अपनी जगह वो करने च इतराज़ नहीं है, लेकिन जेडे मसाइल और एड्रेसिस सन मसाइल नूं उस अंदाज नाल एड्रैस नहीं किया गया। वो खदशात, वो इबहाम और वो जिहड़ियां चीज़ां ने वसवसे ने वो अपनी जगह इंडस्ट्री में कायम ने। डॉक्टर साहब एक इंडस्ट्री की गल ही की जी खालिद महबूब साहब ने की कि ये जी मुल्की इंडस्ट्री है वो पहले भी तबाही के दाने थी, क्या ये मजीद उन्होंने नुकसान पहुँचेगा या तुहाडे कोई कंसल्टेशन की गई सी इस बारे? नहीं जी, देखिए जब हुकूमती फ़ैसले होते हैं तो तमाम अदारों को लेकर के चला जाता है। ऐसा नहीं होता है कि सिर्फ ये इंडस्ट्री का मसला है, इसमें आपका एग्रीकल्चर का मसला है, इसमें आपका सिक्योरिटी का प्रॉब्लम है, इसमें आपको यानी हर वो सेक्शन जो जितने पाकिस्तान के अदारे हैं, ये नहीं हो सकता है कि ये फ़ैसला सिर्फ बैठ करके कड़े कड़े उन लोगों ने किया है, ऐसी बात नहीं है। ये तमाम अदारों से, तमाम इंटेलिजेंस अदारों से लेकर के ऊपर के अदारों तक आपको तमाम चीज़ों को ऑन बोर्ड लेना पड़ता है। उसके बाद ये कौमी मामलात का फ़ैसला होता है। ये किसी
کسی دکان سے دکان کا فیصلہ نہیں ہے، یہ کسی ٹرک ڈرائیور کا اور کسی دوسرے ٹرک ڈرائیور کا، دو ٹریڈر کے بیچ میں نہیں ہو رہا ہے۔ پاکستان اور ہندوستان، پاکستان اور افغانستان، پاکستان اور رشین اسٹیٹس جتنے بھی ہیں روسی ریاستوں کے بیچ میں یہ معاہدہ یہاں کے تمام انٹیلیجنس اداروں سے، تمام بزنس اداروں سے جو کہ کنسرن ہوتے تھے اس کے ساتھ اس انداز میں فیصلہ کیا گیا، اس کے بعد جا کر کے یہ قومی امور کا فیصلہ اس کو آگے سامنے لایا گیا۔ نمبر 1، اب میں ایک چھوٹی سی بات بتا دوں آپ کو، تو آپ چاہتے ہیں کہ پاکستان ترقی کرے، اس کی بندرگاہیں ترقی کریں۔ اب گوادر میں آپ کو آپ اس بات کو لیں کہ گوادر میں جب ٹرانزٹ آ جائے گا افغانستان کا، آج گوادر زیرو ہو گیا ہے، مائنس ہو گیا ہے، زیرو بھی نہیں مائنس ہو گیا، بہت لاس پہ جا رہا ہے۔ میں نے خود ریکویسٹ کیا تھا کہ گوادر میں جتنا بھی افغان ٹرانزٹ ہے، نیٹو فورسز کے ٹرانزٹ ہے، وہ گوادر سے اتر جائے، اور گوادر کو ہم لوگ چلانا چاہتے ہیں۔ اب دیکھیں اس وقت تو ہم سبسڈی دے کر کے گوادر کو چلا رہے ہیں، جب نیٹو فورسز اور افغانستان فورسز اور رشین فورسز وہاں ایک ٹرمینل بنا رہے ہیں، کتنے 80 ٹرمینل بنیں گے آپ کے، 80 ٹرمینل ہم لوگ تیل کے دے رہے ہیں، صرف میں خود 1 لاکھ ایکڑ زمین ہم دے رہے ہیں گوادر میں کہ رشین اسٹیٹس اور دنیا کے تمام اسٹیٹس آ کر کے وہاں اپنے ٹرمینل آئل کی لگا دیں تاکہ یہ کراسنگ آپ کا ہو جائے۔ ایک نقطے پر نہ لے جائے کہ جی واگا سے ہمارے ساتھ یہ ہو جائے گا تو اب لاہور کے لوگ یا سیالکوٹی لوگ جو پریشان ہو جائیں گے یا یہاں کے پنکھے والے پریشان ہو جائیں گے۔ آپ نے دوررس نتائج کو دیکھنا ہے کہ آپ نے ملک کو تمام سطح پر ہر کونے سے انگیج رکھا۔ مثلا آپ کو گوادر کھولنے کے بعد اب جب گوادر میں ہم پوزیشن پر آ جائیں گے تو 100 ارب روپے چائنا صرف ابھی آپ نے دیکھا پریزیڈنٹ صاحب چلے گئے وہاں پر گوادر سے مستونگ تک، یعنی میرے گھر تک، مستونگ میرا گھر ہے کوئٹہ، گوادر سے وہاں تک 100 ارب روپے کا ریلوے لائن بیچے گا، پھر ویسی مستونگ سے یعنی کوئٹہ سے پھر آپ کو سیدھا لے جانا پڑے گا زاہدان تک، آپ کو فرانس کا ٹرین ڈائریکٹ ادھر سے آ جائے گا۔ یہ ایک روٹ ہے جو بھٹو صاحب نے اس وقت بنایا تھا، آج آپ بہت 40 سال بعد آپ ان باتوں کو ہم سے سن رہے ہیں جو کہ پلاننگ بھٹو صاحب کے زمانے میں تھا۔ تیسرا آپ چمن سے لے کر کے کوئٹہ سے چمن سے آپ نے کندہار کو ملانا ہے جو جا کر کے رشین اسٹیٹس کو ملائے گا۔ اب آپ دیکھیں آپ اس خدشے کا اظہار کر رہے ہیں کہ جی وہ ٹرک آ جائے گا، ٹرک پھر میرے شہر میں اتر جائے گا۔ بھائی ٹرک ڈرائیور جب مال لے کے آ جاتا ہے تو شروع سے آپ نے اس کو بند گلی سے گزارنا ہے، موٹر وے سے گزارنا ہے۔ اس موٹر وے سے گزارنے کے بعد اگر وہ یہاں سے راستہ لے لیتا ہے تو آپ کی اپنی انتظامی کمزوری ہے یا آپ کے اپنے ملک کے 2-4 آدمی آپ کے انڈسٹری کو تباہ کرنے کے لیے اس لالچ میں 100 روپے پر اس ٹرک کو وہاں اتارتے ہیں۔ اگر آپ انتظامی طور پر سختی کریں اور کیمرے کے ذریعے سے تمام ٹرکس آ رہے ہیں، مانیٹرنگ آپ کا سسٹم ٹھیک ہوگا، سیٹلائٹ مانیٹرنگ ہوگی، ٹرکس آ جائیں گے ترکمانستان سے سیل ہو کر کے آ جائے گا، گوادر میں اتر جائے گا، واگا سے سیل ہو کر کے پھر سیدھا جائے گا ترکمانستان کے بارڈر پر یا افغانستان کے بارڈر پہ اتر جائے گا۔ تو آپ کو اس میں کوئی پریشان ہونے کی ضرورت ہی کیا ہے؟ اگر آپ کا بندہ لالچی ہے تو وہ اسی طرح لالچ کرے گا جیسے اس نے اپنے ملک کے لیے لالچ کیا ہوگا۔ وہ تو زمین بھی بیچ سکتا ہے، ضمیر بھی بیچ سکتا ہے، وہ زن بھی بیچ سکتا ہے، اس سے کیا توقعات آپ رکھ سکتے ہیں؟ اگر آپ چاہتے ہیں کہ ملک بنے، اب اس خوف سے کہ جناب پتہ نہیں ایک جو میرے کوٹ میں پیسہ ہوا ہے کہیں ایسا نہ ہو کہ وہ جو پھیل نہ جائے تو میں کوٹ کو ہی جلا دیتا ہوں، ایسی بات نہیں ہو سکتی بھائی۔ آپ اس کے ساتھ مختلف آپ کا طریقہ کار ہے، آپ اس کے لیے راستہ نکالیں، آپ ایک قوم پہ اعتماد کریں، اپنی قوم کو آگے بڑھائیں، اس خوف سے ان کو نکالیں کہ اگر ہندوستان کے ساتھ کاروبار ہو گیا بس جی مر جائیں گے، بس جی تسی ہون تو پنجابی آ رہے ہیں جی وہ جی سکھ آ رہے ہیں تو تسی گھبراہٹ دے شکار ہو، وہ کوئی مسئلہ نہیں ہے، آپ کو اپ گریڈ ہونے کا۔ یہی پنجابی اس طرف ہے وہ 4 فصلیں لے رہا ہے، 2 فصلیں لے رہا ہے، وہ ڈبل فصل لے رہا ہے گندم کا، لیکن آپ کا پنجاب اس سے نہیں لے رہا ہے۔ تو وہ اگر کمپٹیشن میں آ رہا ہے تو خوف کس بات کا؟ خوف اس بات کا ہے کہ دنیا کی قوموں کے کمپٹیشن کے گروپس آ جائیں گے، ہمارے دقیانوسی خیالات کے ذہنیت وہ اپ گریڈ ہونے کی تیاری نہیں ہے، ان کو اپ گریڈ جی موہن صاحب اپ گریڈ ہونے کی تیاری نہیں۔ دوسری گل ہے کہ انہوں نے کہہ رہے ہیں کہ مانیٹرنگ ٹھیک ہوئے اور رولز اینڈ ریگولیشنز قواعد و ضوابط ٹھیک ہون گے تو یہ تو بینیفٹ ہی بینیفٹ ہے، چونکہ تسی انٹرنیشنل لیول تے کمپیٹ کرو گے، وہ میدان چاہو گے تو تسی اگے ودو گے۔ تسی یہ نالے دسو کہ ملکی انڈسٹری نو کس طرح پھر نقصان پہنچے گا؟ ایک چیز وہ تو بوسٹ نہیں ہوئے گی، ملکی انڈسٹری تو بوسٹ ہوئے گی۔ پھر تسی اس گل نو دسو کہ وہ جو جہاز ہے، وہ جو جہاز اٹھ کر کے جو اوپر سے جائے گا